ਧੰਨ ਵਾਹਿਗੁਰੂ ਸਾਹਿਬ ਜੀਓ। ਕਰਮੀ ਸਹਿਜ ਨਾ ਉਪਜੈ, ਵਿਣ ਸਹਿਜੈ ਸਹਸਾ ਨਾ ਜਾਏ। ਨਾ ਜਾਏ ਸਹਸਾ ਕਿਤੈ ਸੰਜਮ, ਰਹੇ ਕਰਮ ਕਮਾਏ। ਸਹਸੈ ਜਿਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ। ਮਨ ਧੋਵੋ ਸ਼ਬਦ ਲਾਗੋ, ਹਰਿ ਸਿਉ ਰਹੋ ਚਿਤ ਲਾਇ। ਕਹਿ ਨਾਨਕ ਗੁਰ ਪ੍ਰਸਾਦੀ, ਸਹਿਜ ਉਪਜੈ ਇਹ ਸਹਸਾ ਏਵ ਜਾਇ। ਪਰਮ ਸਨਮਾਨਯੋਗ ਗੁਰੂ ਰੂਪ ਗੁਰਸਵਾਰੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਦਾ ਸਦਕਾ ਆਨੰਦ ਸਾਹਿਬ ਦੀ ਪਾਵਨ ਬਾਣੀ ਨੂੰ ਲੜੀਵਾਰ ਸਮਝਣ ਦਾ ਯਤਨ ਕਰ ਰਹੇ ਹਾਂ। ਇਸ ਲੜੀ ਦੇ ਤਹਿਤ 18ਵੀਂ ਪੌੜੀ ਦਾ ਪਾਠ ਆਪਾਂ ਬੜੇ ਪਿਆਰ ਸਹਿਤ ਹੁਣੇ ਸਰਵਣ ਕੀਤਾ ਹੈ। ਆਓ ਇਸ ਪਾਵਨ ਪੌੜੀ ਦੇ ਰਾਹੀਂ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਸਾਨੂੰ ਗੁਰਮਤਿ ਦੇ ਕਿਹੜੇ ਸਿਧਾਂਤ ਦ੍ਰਿੜ ਕਰਾ ਰਹੇ ਨੇ, ਇਸ ਵਿਚਾਰ ਨੂੰ ਸਮਝਣ ਦਾ ਯਤਨ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਕਲਗੀਧਰ ਪਿਤਾ ਵੱਲੋਂ ਬਖਸ਼ਿਸ਼ ਕੀਤੀ ਹੋਈ ਗੁਰਫਤਿਹ ਦੇ ਨਾਲ ਸਾਂਝ ਪਾਈਏ ਜੀ। ਪਰਵਾਨੋ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰੂ ਜੀ ਨੇ ਇਸ ਪੌੜੀ ਦੇ ਅੰਦਰ ਜੋ ਤਤ ਭਾਵ ਸਾਡੇ ਸਾਹਮਣੇ ਰੱਖਿਆ ਹੈ, ਉਹ ਤਤ ਭਾਵ ਇਹ ਹੈ ਕਿ ਕੇਵਲ ਬਾਹਰੀ ਤੌਰ ਤੇ ਧਰਮ ਦੇ ਨਾਂ ਦੇ ਉੱਤੇ ਕੀਤੇ ਜਿੰਨੇ ਵੀ ਕਰਮ ਨੇ, ਜਿਹੜੇ ਕਰਮ ਮਨੁੱਖ ਆਪਣੇ ਜੀਵਨ ਦੇ ਵਿੱਚ ਕਰਦਾ ਰਿਹਾ ਹੈ, ਪਰ ਉਹਨਾਂ ਕਰਮਾਂ ਨੂੰ ਕਰਨ ਦੇ ਨਾਲ ਉਸਦੇ ਜੀਵਨ ਦੇ ਵਿੱਚ ਕੋਈ ਤਬਦੀਲੀ ਨਹੀਂ ਹੈ। ਕੋਈ ਉਹਨਾਂ ਕਰਮਾਂ ਦਾ ਆਤਮਿਕ ਜੀਵਨ ਦੇ ਉੱਤੇ ਲਾਭ ਨਹੀਂ ਹੈ। ਸੋ ਸਤਿਗੁਰੂ ਜੀ ਨੇ ਇਸ ਪਾਵਨ ਪੌੜੀ ਦੇ ਅੰਦਰ ਇਹ ਗੱਲ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ ਕਿ ਧਰਮ ਦੇ ਨਾਂ ਦੇ ਉੱਤੇ ਜਿਹੜੇ ਕਰਮ ਮਿੱਥੇ ਗਏ ਨੇ, ਉਹਨਾਂ ਕਰਮਾਂ ਨੂੰ ਕਰਨ ਦੇ ਨਾਲ ਇਸ ਜੀਵਨ ਦੇ ਵਿੱਚ ਤਬਦੀਲੀ ਨਹੀਂ ਆ ਸਕਦੀ। ਤੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਵੀ ਜੇ ਇਸ ਜੀਵਨ ਦੇ ਵਿੱਚ ਤਬਦੀਲੀ ਲਿਆਉਣੀ ਹੈ, ਜੇ ਇਸ ਮਨ ਦੀ ਮੈਲ ਨੂੰ ਉਤਾਰਨਾ ਹੈ, ਤੇ ਫਿਰ ਉਹਦੇ ਲਈ ਸਾਨੂੰ ਕਿਹੜਾ ਕਰਮ ਕਰਨ ਦੀ ਜ਼ਰੂਰਤ ਹੈ?
ਇਹ ਗੱਲ ਗੁਰੂ ਸਾਹਿਬ ਜੀ ਨੇ ਇਸ ਪਾਵਨ ਪੌੜੀ ਦੇ ਵਿੱਚ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ। ਗੁਰੂ ਅਮਰਦਾਸ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ, ਕਰਮੀ ਸਹਿਜ ਨਾ ਉਪਜੈ, ਵਿਣ ਸਹਿਜੈ ਸਹਿਸਾ ਨਾ ਜਾਏ। ਸਹਿਸਾ ਦੇ ਅਰਥ ਨੇ ਤੋਖਲਾ। ਮਨ ਦੇ ਅੰਦਰ ਚਿੰਤਾ, ਸਹਿਮ, ਤੋਖਲਾ ਪੈਦਾ ਹੋ ਜਾਣਾ। ਗੁਰੂ ਸਾਹਿਬ ਜੀ ਕਹਿਣ ਲੱਗੇ, ਮਾਇਆ ਦੇ ਮੋਹ ਦੇ ਵਿੱਚ ਪੈ ਕਰਕੇ ਇਨਸਾਨ ਦੇ ਮਨ ਦੇ ਵਿੱਚ ਇੱਕ ਚਿੰਤਾ ਜਿਹੜੀ ਹੈ ਉਹ ਪੈਦਾ ਹੁੰਦੀ ਹੈ, ਇੱਕ ਤੋਖਲਾ ਪੈਦਾ ਹੁੰਦਾ ਹੈ, ਜਿਹਨੂੰ ਬਾਣੀ ਨੇ ਇਸ ਢੰਗ ਦੇ ਨਾਲ ਵੀ ਬਿਆਨ ਕੀਤਾ ਹੈ। ਸਤਿਗੁਰੂ ਜੀ ਦੀ ਬਾਣੀ ਨੂੰ ਆਪਾਂ ਪੜ੍ਹਦੇ ਹਾਂ ਤੇ ਗੁਰੂ ਸਾਹਿਬ ਜੀ ਕਹਿੰਦੇ ਨੇ, ਜਿਸ ਗ੍ਰਹਿ ਥੋਰੀ, ਜਿਸ ਗ੍ਰਹਿ ਬਹੁਤੀ ਤਿਸ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋਰੀ ਸੋ ਫਿਰੇ ਪਰਮੰਤਾ। ਸਤਿਗੁਰੂ ਜੀ ਕਹਿ ਲਗੇ, ਮਾਇਆ ਦਾ ਮੋਹ ਇਨਸਾਨ ਦੇ ਜੀਵਨ ਦੇ ਵਿੱਚ ਇੱਕ ਤੋਖਲਾ ਪੈਦਾ ਕਰਦਾ ਹੈ, ਇੱਕ ਸਹਿਮ, ਇੱਕ ਡਰ, ਇੱਕ ਚਿੰਤਾ ਜਿਹੜੀ ਹੈ ਉਹ ਪੈਦਾ ਕਰਦਾ ਹੈ। ਹੁਣ ਤੁਸੀਂ ਵੇਖੋ ਵੀ ਅੱਜ ਹਰ ਇੱਕ ਇਨਸਾਨ ਦੇ ਜੀਵਨ ਦੇ ਅੰਦਰ ਕਿਸੇ ਨਾ ਕਿਸੇ ਪ੍ਰਕਾਰ ਦੀ ਚਿੰਤਾ ਹੈ, ਡਰ ਹੈ। ਮਨੁੱਖ ਜਿਹੜਾ ਹੈ ਉਹ ਸਹਿਮ ਦੇ ਵਿੱਚ ਆਪਣੇ ਜੀਵਨ ਨੂੰ ਬਤੀਤ ਕਰ ਰਿਹਾ ਹੈ। ਧਰਮ ਦੇ ਨਾਂ ਦੇ ਉੱਤੇ ਕਰਮ ਵੀ ਬਥੇਰੇ ਹੋ ਰਹੇ ਨੇ, ਕਿਤੇ ਪਾਠ ਪੂਜਾ ਹੋ ਰਹੇ ਨੇ, ਕਿਤੇ ਦਾਨ ਪੁੰਨ ਹੋ ਰਹੇ ਨੇ, ਕਿਤੇ ਤੀਰਥਾਂ ਦੇ ਉੱਤੇ ਇਸ਼ਨਾਨ ਕੀਤੇ ਜਾ ਰਹੇ ਨੇ, ਕਿਤੇ ਯਾਤਰਾਵਾਂ ਕੀਤੀਆਂ ਜਾ ਰਹੀਆਂ ਨੇ। ਬਹੁਤ ਕੁਝ ਧਰਮ ਦੇ ਨਾਂ ਦੇ ਉੱਤੇ ਕੀਤਾ ਜਾ ਰਿਹਾ ਹੈ, ਪਰ ਇਨਸਾਨ ਫਿਰ ਵੀ ਚਿੰਤਤ ਹੈ, ਤੋਖਲੇ ਦੇ ਵਿੱਚ ਹੈ। ਤੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਬੜੀ ਸਪਸ਼ਟ ਸ਼ਬਦਾਂ ਦੇ ਵਿੱਚ ਇਹ ਗੱਲ ਕਹੀ। ਸਤਿਗੁਰੂ ਜੀ ਕਹਿ ਲਗੇ, ਕਰਮੀ ਸਹਿਜ ਨਾ ਉਪਜੈ। ਗੁਰੂ ਸਾਹਿਬ ਜੀ ਕਹਿ ਲਗੇ, ਮਹਜ਼ ਧਰਮ ਦੇ ਨਾਂ ਦੇ ਉੱਤੇ ਜਿਹੜੇ ਕਰਮ ਮਿੱਥੇ ਗਏ ਨੇ, ਜਿਹੜੇ ਕਰਮ ਕਾਂਡ ਤੂੰ ਕਰ ਰਿਹਾ ਹੈ, ਉਹਨਾਂ ਕਰਮ ਕਾਂਡਾਂ ਨੂੰ ਕਰਨ ਦੇ ਨਾਲ ਤੇਰੇ ਜੀਵਨ ਦੇ ਵਿੱਚ ਸਹਿਜ ਪੈਦਾ ਨਹੀਂ ਹੋ ਸਕਦਾ। ਸਹਿਜ ਦੇ ਭਾਵ ਨੇ ਆਤਮਿਕ ਅਡੋਲਤਾ, ਉਹ ਅਵਸਥਾ ਜਿਸ ਅਵਸਥਾ ਦੇ ਵਿੱਚ ਪਹੁੰਚ ਕਰਕੇ ਮਨੁੱਖ ਦੇ ਮਨ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਚਿੰਤਾ, ਕੋਈ ਫਿਕਰ, ਕੋਈ ਸਹਿਮ, ਕੋਈ ਤੋਖਲਾ ਨਾ ਰਹਿ ਜਾਵੇ, ਮਨ ਦੇ ਵਿੱਚ ਅਸ਼ਾਂਤੀ ਨਾ ਰਹਿ ਜਾਵੇ, ਮਨ ਦੀ ਭਟਕਣਾ ਜਿਹੜੀ ਹੈ ਉਹ ਨਾ ਰਹਿ ਜਾਵੇ, ਉਸ ਨੂੰ ਕਹਿੰਦੇ ਆ ਸਹਿਜ ਅਵਸਥਾ। ਸਤਿਗੁਰੂ ਜੀ ਕਹਿੰਦੇ ਨੇ, ਕਰਮੀ ਸਹਿਜ ਨਾ ਉਪਜੇ। ਇਹ ਜਿਹੜੀ ਆਤਮਿਕ ਅਡੋਲਤਾ ਦੀ ਅਵਸਥਾ ਹੈ, ਇਹ ਸਹਿਜ ਵਾਲੀ ਅਵਸਥਾ ਹੈ। ਸਤਿਗੁਰੂ ਜੀ ਕਹਿੰਦੇ ਇਹ ਇਕੱਲਾ ਕਰਮ ਕਾਂਡ ਕਰਨ ਦੇ ਨਾਲ ਜ਼ਿੰਦਗੀ ਦੇ ਵਿੱਚ ਪੈਦਾ ਨਹੀਂ ਹੋਣੀ। ਜੇ ਤੂੰ ਇਕੱਲਾ ਧਰਮ ਦੇ ਨਾਂ ਦੇ ਉੱਤੇ ਜਿਹੜੇ ਕਰਮ ਕਾਂਡ ਮਿੱਥੇ ਗਏ ਨੇ, ਉਹਨਾਂ ਕਰਮ ਕਾਂਡਾਂ ਨੂੰ ਤੂੰ ਕਰ ਰਿਹਾ ਹੈ, ਤੇ ਸਤਿਗੁਰੂ ਜੀ ਕਹਿਣ ਲੱਗੇ, ਇਹਨਾਂ ਕਰਮ ਕਾਂਡਾਂ ਨੂੰ ਕਰਨ ਦੇ ਨਾਲ ਜੀਵਨ ਦੇ ਵਿੱਚ ਸ਼ਾਂਤੀ ਨਹੀਂ ਪੈਦਾ ਹੋ ਸਕਦੀ, ਸਹਿਜ ਨਹੀਂ ਪੈਦਾ ਹੋ ਸਕਦਾ, ਮਨ ਦੀ ਮੈਲ ਜਿਹੜੀ ਹੈ ਉਹ ਨਹੀਂ ਲੈ ਸਕਦੀ। ਆਪਾਂ ਕੱਲ ਵੀ ਇਸ ਗੱਲ ਦੀ ਵਿਚਾਰ ਕੀਤੀ ਸੀ, ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਜਦੋਂ ਆਪਾਂ ਇਸ ਪੌੜੀ ਨੂੰ ਸਮਝਣ ਦਾ ਯਤਨ ਕੀਤਾ ਸੀ। ਤੇ ਬੇਨਤੀ ਕਰਾਂ, ਇਹ ਗੁਰੂ ਅਮਰਦਾਸ ਜੀ ਮਹਾਰਾਜ ਦੇ ਜੀਵਨ ਦਾ ਇੱਕ ਤਜਰਬਾ ਹੈ। ਇਹ ਜਿਹੜੀ ਗੱਲ ਸਤਿਗੁਰੂ ਜੀ ਕਹਿ ਰਹੇ ਨੇ ਨਾ, ਵੀ ਮਹਜ਼ ਧਰਮ ਦੇ ਨਾਂ ਦੇ ਉੱਤੇ ਕਰਮ ਕਾਂਡ ਕਰਨ ਦੇ ਨਾਲ ਜ਼ਿੰਦਗੀ ਦੇ ਵਿੱਚ ਅਡੋਲਤਾ ਪੈਦਾ ਨਹੀਂ ਹੋ ਸਕਦੀ, ਦ੍ਰਿੜਤਾ ਨਹੀਂ ਆ ਸਕਦੀ, ਸਹਿਜ ਪੈਦਾ ਨਹੀਂ ਹੋ ਸਕਦਾ। ਇਹ ਗੁਰੂ ਅਮਰਦਾਸ ਜੀ ਮਹਾਰਾਜ ਨੇ ਕੋਈ ਕਹੀ ਜਾਂ ਸੁਣੀ ਗੱਲ ਜਿਹੜੀ ਹੈ ਉਹ ਸਾਡੇ ਸਾਹਮਣੇ ਨਹੀਂ ਰੱਖੀ। ਸਤਿਗੁਰੂ ਜੀ ਨੇ ਆਪਣੀ ਜ਼ਿੰਦਗੀ ਦਾ ਤਜਰਬਾ ਜਿਹੜਾ ਹੈ ਉਹ ਸਾਡੇ ਸਾਹਮਣੇ ਪੇਸ਼ ਕੀਤਾ ਹੈ। ਜਦੋਂ ਆਪਾਂ ਗੁਰੂ ਅਮਰਦਾਸ ਜੀ ਮਹਾਰਾਜ ਦੇ ਜੀਵਨ ਨੂੰ ਪੜ੍ਹਦੇ ਹਾਂ ਤੇ ਉਹਨਾਂ ਦਾ ਜਦੋਂ ਪਹਿਲਾ ਜੀਵਨ ਆਪਾਂ ਪੜ੍ਹੀਏ ਤੇ ਉਹ ਇੱਕ ਵਾਰੀ ਨਹੀਂ, ਦੋ ਵਾਰੀ ਨਹੀਂ, 5 ਵਾਰੀ ਨਹੀਂ, ਪੂਰੇ 21 ਵਾਰੀ, 21 ਸਾਲ ਉਹ
ਇਹ ਕਰਮ ਕਾਂਡ ਆਪਣੀ ਜ਼ਿੰਦਗੀ ਦੇ ਵਿੱਚ ਕਰਦੇ ਰਹੇ ਨੇ 21 ਸਾਲ। ਉਹ ਹਰ ਸਾਲ ਤੀਰਥ ਅਸਥਾਨ ਤੇ ਜਾਂਦੇ ਨੇ, ਦਾਨ ਪੁੰਨ ਕਰਦੇ ਨੇ, ਇਸ਼ਨਾਨ ਕਰਦੇ ਨੇ, ਪਰ ਉਹਨਾਂ ਦੇ ਜੀਵਨ ਦੇ ਵਿੱਚ ਉਹ ਅਵਸਥਾ ਜਿਹੜੀ ਹੈ ਉਹ ਪੈਦਾ ਨਹੀਂ ਹੋ ਸਕੀ। ਉਹ ਅਡੋਲਤਾ, ਉਹ ਸਹਿਜ ਉਹਨਾਂ ਦੇ ਜੀਵਨ ਦੇ ਵਿੱਚ ਜਿਹੜਾ ਹੈ ਉਹ ਨਹੀਂ ਆ ਸਕਿਆ। ਉਹ ਤੋਖਲਾ ਜਿਹੜਾ ਹੈ ਉਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਨਹੀਂ ਖਤਮ ਹੋ ਸਕਿਆ। ਭਟਕਣਾ ਜਿਹੜੀ ਹੈ ਉਹ ਜਿਉਂ ਦੀ ਤਿਉਂ ਬਣੀ ਹੈ। ਤੇ ਸਤਿਗੁਰੂ ਜੀ ਨੇ ਇਹ ਸਾਡੇ ਸਾਹਮਣੇ ਆਪਣੀ ਜ਼ਿੰਦਗੀ ਦਾ ਇੱਕ ਤਜਰਬਾ ਸਾਂਝਾ ਕੀਤਾ ਹੈ। ਸਤਿਗੁਰੂ ਜੀ ਕਹਿਣ ਲੱਗੇ, ਕਰਮ ਕਾਂਡਾਂ ਦੇ ਵਿੱਚ ਫਸੇ ਹੋਏ ਇਨਸਾਨ, ਵੇਖੋ ਮਨੁੱਖ ਅੱਜ ਵੀ ਕਰਮ ਕਾਂਡ ਬਹੁਤ ਕਰ ਰਿਹਾ ਹੈ। ਧਰਮ ਦੇ ਨਾਂ ਦੇ ਉੱਤੇ ਜਿੰਨਾ ਮਨੁੱਖ ਅੱਜ ਗੁੰਮਰਾਹ ਹੋਇਆ ਪਿਆ ਹੈ, ਸ਼ਾਇਦ ਹੀ ਕਿਸੇ ਦੁਨੀਆ ਦੇ ਵਿੱਚ ਗੁੰਮਰਾਹ ਹੋਇਆ ਹੋਵੇ। ਕਿੱਡੇ ਕਿੱਡੇ ਵੱਡੇ ਧੋਖੇ ਜਿਹੜੇ ਨੇ, ਠੱਗੀਆਂ ਜਿਹੜੀਆਂ ਨੇ, ਉਹ ਧਰਮ ਦੇ ਨਾਂ ਦੇ ਉੱਤੇ ਕੀਤੀਆਂ ਜਾ ਰਹੀਆਂ ਨੇ ਮਨੁੱਖ ਦੇ ਨਾਲ। ਕਿਹੋ ਜਿਹੇ ਕਰਮ ਜਿਹੜੇ ਨੇ ਉਹ ਮਨੁੱਖ ਦੇ ਕੋਲੋਂ ਧਰਮ ਦੇ ਨਾਮ ਦੇ ਉੱਤੇ ਕਰਵਾਏ ਜਾ ਰਹੇ ਨੇ। ਧਰਮ ਦਾ ਲੇਬਲ ਲਾ ਕੇ ਨਾ ਮਨੁੱਖ ਦੇ ਕੋਲੋਂ ਉਹ ਕਰਮ ਕਰਵਾਏ ਜਾ ਰਹੇ ਨੇ ਜਿਹੜੇ ਕਰਮ ਇੱਕ ਬੁੱਧੀਜੀਵੀ ਜਿਹੜਾ ਹੈ, ਇੱਕ ਸੋਚ ਰੱਖਣ ਵਾਲਾ ਆਪਣੇ ਜੀਵਨ ਦੇ ਵਿੱਚ ਮਨੁੱਖ ਜਿਹੜਾ ਹੈ ਉਹ ਕਦੇ ਨਹੀਂ ਕਰ ਸਕਦਾ। ਕਿੱਡੇ ਨੀਚ ਤੋਂ ਨੀਚ ਕਰਮ ਜਿਹੜੇ ਨੇ ਉਹ ਧਰਮ ਦੇ ਨਾਂ ਦੇ ਉੱਤੇ ਕਰਾਏ ਜਾ ਰਹੇ ਨੇ। ਖਿਮਾ ਕਰਨਾ, ਮੈਂ ਇਹ ਬੇਨਤੀ ਆਪ ਜੀ ਦੇ ਨਾਲ ਸਾਂਝੀ ਕਰਦਿਆਂ, ਧਰਮ ਦਾ ਲੇਬਲ ਲਾ ਕੇ, ਹੁਣ ਤੁਸੀਂ ਵੇਖੋ, ਵੈਸੇ ਕਿਸੇ ਬੰਦੇ ਨੂੰ ਕਹੋ ਵੀ ਪਿਸ਼ਾਬ ਪੀਣਾ, ਮੂਤ ਪੀ ਲੈ, ਤੇ ਅਗਲਾ ਤੁਹਾਡੇ ਗਲ ਪੈ ਜਾਏਗਾ। ਅਗਲਾ ਕਹੇਗਾ ਵੀ ਤੂੰ ਹੋਵੇਂ ਕੌਣ ਮੈਨੂੰ ਇੰਨੀ ਗੱਲ ਕਹਿਣ ਵਾਲਾ। ਪਰ ਵੇਖੋ, ਧਰਮ ਦਾ ਲੇਬਲ ਲਾ ਕੇ ਨਾ ਅਗਲਿਆਂ ਨੇ ਤੁਹਾਨੂੰ ਮੂਤ ਪਿਆ ਦਿੱਤਾ, ਅਗਲਿਆਂ ਨੇ ਗੋਹਾ ਤੁਹਾਨੂੰ ਜਿਹੜਾ ਸੀ ਉਹ ਵੇਚ ਦਿੱਤਾ। ਧਰਮ ਦਾ ਲੇਬਲ ਲਾ ਕੇ, ਧਰਮ ਦਾ ਲੇਬਲ ਲਾ ਕਰਕੇ ਇਹ ਕੇਵਲ ਉਸ ਮਤ ਦੇ ਅੰਦਰ ਹੀ ਇਹੋ ਜਿਹੇ ਕਰਮ ਨਹੀਂ। ਆਪਾਂ ਅੱਜ ਸਿੱਖੀ ਦੇ ਵਿਹੜੇ ਦੇ ਵਿੱਚ ਵੇਖਦੇ ਹਾਂ, ਧਰਮ ਦਾ ਲੇਬਲ ਲਾ ਕੇ ਅਗਲਿਆਂ ਨੇ ਪਾਣੀ ਦੀਆਂ ਬੋਤਲਾਂ ਜਿਹੜੀਆਂ ਸਨ ਉਹ ਹਜ਼ਾਰਾਂ ਰੁਪਏ ਦੇ ਵਿੱਚ ਵੇਚੀਆਂ। ਧਰਮ ਦਾ ਲੇਬਲ ਲਾ ਕਰਕੇ ਜਿਹੜੇ ਸੇਬ ਅਸੀਂ ਮਾਰਕੀਟ ਦੇ ਵਿੱਚੋਂ 250 ਰੁਪਏ ਕਿਲੋ ਲੈ ਕੇ ਜਾਂਦੇ ਆ ਨਾ, ਤੇ ਉਹ ਬਾਬੇ ਦੇ ਅੱਗੇ ਚੜਾ ਦਿੰਦੇ ਨੇ, ਕਿਸੇ ਸਾਧ ਦੇ ਅੱਗੇ ਚੜਾ ਦਿੰਦੇ ਆ। ਹੁਣ ਉਹ ਬਾਬਾ ਸਾਡੇ ਸੇਬ ਜਿਹੜੇ ਅਸੀਂ ਲੈ ਕੇ ਗਏ ਆ, ਅਸੀਂ ਬਾਬੇ ਦੇ ਅੱਗੇ ਚੜਾਏ ਨੇ, ਉਹ ਜਦੋਂ ਸਾਡੇ ਚੜਾਏ ਹੋਏ ਸੇਬ ਆਪਣੇ ਹੱਥ ਦੇ ਨਾਲ ਸਾਨੂੰ ਦਿੰਦਾ ਹੈ, ਤੇ ਉਹ 250 ਰੁਪਏ ਵਾਲੇ ਕਿਲੋ ਸੇਬ ਜਿਹੜੇ ਨੇ ਉਹ ਇੱਕ ਸੇਬ ਜਿਹੜਾ ਹੈ ਉਹ 1100 ਰੁਪਏ ਦਾ ਬਣ ਜਾਂਦਾ ਹੈ। ਇੱਕ ਸੇਬ 50 ਰੁਪਏ ਦੀਆਂ ਲਾਚੀਆਂ ਦਾ ਪੈਕਟ ਜਿਹੜਾ ਹੈ ਉਹ ਬਾਬਾ ਸਾਨੂੰ 500 ਰੁਪਏ ਦੇ ਵਿੱਚ ਦੇ ਦਿੰਦਾ ਹੈ, ਧਰਮ ਦਾ ਲੇਬਲ ਲਾ ਕੇ। ਕਿਵੇਂ ਅੱਜ ਧਰਮ ਦੇ ਨਾਂ ਦੇ ਉੱਤੇ ਲੁੱਟ ਜਿਹੜੀ ਹੈ ਉਹ ਮੱਚੀ ਹੋਈ ਹੈ। ਕਿਹੋ ਜਿਹੇ ਕਰਮ ਕਰਾਏ ਜਾ ਰਹੇ ਨੇ। ਕੋਈ ਭੁੱਖਾ ਰਹਿ ਰਿਹਾ ਹੈ, ਕੋਈ ਪਿਆਸਾ ਰਹਿ ਰਿਹਾ ਹੈ, ਕੋਈ ਧਰਮ ਦੇ ਨਾਮ ਦੇ ਉੱਤੇ ਕਿਸੇ ਪ੍ਰਕਾਰ ਦਾ ਕਰਮ ਕਰ ਰਿਹਾ, ਕੋਈ ਕਿਸੇ ਪ੍ਰਕਾਰ ਦਾ ਕਰਮ ਕਰ ਰਿਹਾ। ਖਿਮਾ ਕਰਨਾ, ਧਰਮ ਦੇ ਨਾਮ ਦੇ ਉੱਤੇ ਸਾਡੀਆਂ ਇੱਜ਼ਤਾਂ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਧਰਮ ਦਾ ਲੇਬਲ ਲਾ ਕੇ ਉਹ ਲੋਕ ਜਿਹੜੇ ਧਰਮ ਦੇ ਉੱਤੇ ਕਾਬਜ਼ ਹੋ ਕੇ ਬੈਠੇ ਨੇ, ਉਹ ਸਾਡੀਆਂ ਇੱਜ਼ਤਾਂ ਦੇ ਨਾਲ ਖਿਲਵਾੜ ਪੇ ਕਰਦੇ ਨੇ। ਸੋ ਮੈਂ ਬੇਨਤੀ ਕਰ ਰਿਹਾ ਸੀ ਵੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਆਪਣੇ ਜੀਵਨ ਦਾ ਇੱਕ ਤਜਰਬਾ ਸਾਧ ਸੰਗਤ ਜੀ ਸਾਡੇ ਨਾਲ ਸਾਂਝਾ ਕੀਤਾ ਹੈ। ਸਤਿਗੁਰੂ ਜੀ ਕਹਿੰਦੇ, ਭਲਿਆ ਆ ਮੇਰੀ ਜ਼ਿੰਦਗੀ ਦਾ ਇੱਕ ਤਜਰਬਾ ਹੈ, ਮੈਂ ਤੈਨੂੰ ਆਪਣੇ ਤਜਰਬੇ ਦੇ ਵਿੱਚੋਂ ਇਹ ਤੱਤ ਕੱਢ ਕੇ ਦੇਣਾ ਕਿ ਕਰਮ ਕਾਂਡ ਕੀਤਿਆਂ ਜ਼ਿੰਦਗੀ ਦੇ ਵਿੱਚ ਸਹਿਜ ਦੀ ਪ੍ਰਾਪਤੀ ਨਹੀਂ ਹੋ ਸਕਦੀ। ਕਰਮ ਕਾਂਡ ਕੀਤਿਆਂ ਜ਼ਿੰਦਗੀ ਦੇ ਵਿੱਚ ਮਨ ਦੀ ਮਲੀਨਤਾ ਨਹੀਂ ਜਾ ਸਕਦੀ। ਧਰਮ ਦੇ ਨਾਮ ਦੇ ਉੱਤੇ ਜਿਹੜੇ ਕਰਮ ਕਾਂਡ ਕੀਤੇ ਜਾ ਰਹੇ ਨੇ
ਉਹਨਾਂ ਕਰਮ ਕਾਂਡਾਂ ਨੂੰ ਕਰਕੇ ਜੀਵਨ ਦੇ ਵਿੱਚ ਸ਼ਾਂਤੀ ਨਹੀਂ ਆ ਸਕਦੀ, ਜੀਵਨ ਦੀ ਭਟਕਣਾ ਜਿਹੜੀ ਹੈ ਉਹ ਖਤਮ ਨਹੀਂ ਹੋ ਸਕਦੀ। ਇਹ ਸਤਿਗੁਰੂ ਜੀ ਨੇ ਆਪਣੇ ਜੀਵਨ ਦਾ ਤਜਰਬਾ ਦਿੱਤਾ ਹੈ। ਤੇ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਜਦੋਂ ਆਪਾਂ ਪੜ੍ਹਦੇ ਹਾਂ, ਬਾਣੀ ਦੇ ਵਿੱਚ ਬੇਅੰਤ ਥਾਵਾਂ ਦੇ ਉੱਤੇ ਸਤਿਗੁਰੂ ਜੀ ਨੇ ਇਹਨਾਂ ਕਰਮਾਂ ਦਾ ਜ਼ਿਕਰ ਕੀਤਾ। ਸਤਿਗੁਰੂ ਜੀ ਕਹਿਣ ਲੱਗੇ, ਕਰਮ ਧਰਮ ਪਾਖੰਡ ਜੋ ਦਿਸੈ, ਤਿਨ ਜਮ ਜਾਗਾਤੀ ਲੁਟੈ, ਨਿਰਵਾਣ ਕੀਰਤਨ ਗਾਓ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟੈ, ਸੰਤੋ ਸਾਗਰ ਪਾਰ ਉਤਰੀਐ। ਸਤਿਗੁਰੂ ਜੀ ਦੀ ਬਾਣੀ ਨੇ ਬਖਸ਼ਿਸ਼ ਕੀਤੀ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਆਪਾਂ ਮੁਬਾਰਕ ਬਚਨ ਪੜ੍ਹਦੇ ਹਾਂ, ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਅਦਿਕ ਅਹੰਗ ਬੁੱਧ ਬਾਂਧੇ ਪਿਆਰੇ, ਇਨ ਵਿਦ ਮਿਲਨ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸੁਆਮੀ ਕੈ ਦੁਆਰੇ, ਦੀਜੈ ਬੁੱਧ ਵਿਵੇਕਾ, ਮੋਨ ਭਇਓ ਕਰਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ, ਤਟ ਤੀਰਥ ਧਰਤੀ ਬਹੁ ਭਰਮਿਓ, ਦੁਬਦਾ ਛੁਟਕਿਓ ਨਾਹੀ। ਸਾਧ ਸੰਗਤ ਜੀ, ਇਸ ਸਮੁੱਚੇ ਸ਼ਬਦ ਨੂੰ ਆਪਾਂ ਸਮਝਣ ਦਾ ਯਤਨ ਕਰੀਏ, ਵਿਚਾਰਨ ਦਾ ਯਤਨ ਕਰੀਏ, ਸਾਡੇ ਸਾਹਮਣੇ ਗੱਲ ਕਲੀਅਰ ਹੋ ਜਾਣੀ ਹੈ ਵੀ ਸਤਿਗੁਰੂ ਜੀ ਨੇ ਧਰਮ ਦੇ ਨਾਂ ਦੇ ਉੱਤੇ ਜਿੰਨੇ ਵੀ ਕਰਮ ਮਿੱਥੇ ਹੋਏ ਨੇ ਨਾ, ਕਰਮ ਕਾਂਡ ਨੇ, ਉਹਨਾਂ ਨੂੰ ਮੁੱਢੋਂ ਸਤਿਗੁਰੂ ਜੀ ਨੇ ਰੱਦ ਕਰ ਦਿੱਤਾ ਹੈ। ਪਰ ਹੈਰਾਨੀ ਦੀ ਬਾਤ ਇਹ ਹੈ, ਦੁਖਾਂਤ ਇਸ ਗੱਲ ਦਾ ਵੀ ਜਿਹੜਾ ਗੁਰੂ ਧਰਮ ਦੇ ਨਾਂ ਦੇ ਉੱਤੇ ਮਿੱਥੇ ਹੋਏ ਕਰਮ ਕਾਂਡਾਂ ਨੂੰ ਰੱਦ ਕਰ ਰਹੇ ਨਾ, ਅੱਜ ਉਸੇ ਗੁਰੂ ਦੇ ਧਰਮ ਦੇ ਵਿੱਚ, ਉਸੇ ਗੁਰੂ ਦੇ ਮਤ ਦੇ ਵਿੱਚ ਅੱਜ ਬੇਅੰਤ ਕਰਮ ਕਾਂਡ ਜਿਹੜੇ ਨੇ ਉਹ ਤੁਹਾਨੂੰ ਗੁਰੂ ਕਾ ਸਿੱਖ ਅਖਵਾਉਣ ਵਾਲਾ ਜਿਹੜਾ ਉਹ ਕਰਦਾ ਮਿਲ ਜਾਵੇਗਾ। ਅੱਜ ਸਿੱਖ ਆਪਣੇ ਆਪ ਨੂੰ ਸਿੱਖ ਅਖਵਾ ਤਾਂ ਰਿਹਾ ਹੈ, ਪਰ ਖਿਮਾ ਕਰਨਾ, ਕਰਮ ਕਾਂਡਾਂ ਨੇ ਵੀ ਉਹਦੇ ਜੀਵਨ ਦੇ ਵਿੱਚ ਬੜੀ ਵੱਡੀ ਇੱਕ ਭਰਮਾਰ ਜਿਹੜੀ ਹੈ ਉਹ ਕਰਮ ਕਾਂਡਾਂ ਦੀ ਉਹਦੇ ਜੀਵਨ ਦੇ ਵਿੱਚੋਂ ਸਾਨੂੰ ਮਿਲੇਗੀ। ਅੱਜ ਸਿੱਖ ਤੁਹਾਨੂੰ ਹਰ ਇੱਕ ਪ੍ਰਕਾਰ ਦਾ ਕਰਮ ਕਾਂਡ ਜਿਹੜਾ ਹੈ ਉਹ ਕਰਦਾ ਨਜ਼ਰ ਆਵੇਗਾ। ਤੁਹਾਨੂੰ ਅੱਜ ਸਿੱਖ ਉਹ ਦਰਖਤ ਪੂਜਦਾ ਨਜ਼ਰ ਆਵੇਗਾ, ਸਿੱਖ ਮੜੀਆਂ ਪੂਜਦਾ ਨਜ਼ਰ ਆਵੇਗਾ, ਉਹ ਤੁਹਾਨੂੰ ਮੋੜੀਆਂ ਤੇ ਧਾਗੇ ਬੰਨ੍ਹਦਾ ਨਜ਼ਰ ਆਵੇਗਾ। ਉਹ ਸਿੱਖ ਜਿਹੜਾ ਹੈ ਉਹ ਤੁਹਾਨੂੰ ਥਾਂ ਥਾਂ ਤੇ ਮੱਥੇ ਟੇਕਦਾ ਨਜ਼ਰ ਆਵੇਗਾ। ਈਵਨ ਕਿ ਮਰਿਆ ਹੋਇਆਂ ਸਾਧਾਂ ਨੂੰ ਵੀ ਉਹ ਅੱਜ ਦਾ ਸਿੱਖ ਜਿਹੜਾ ਹੈ ਉਹ ਉਹਨਾਂ ਮਰਿਆ ਹੋਇਆਂ ਸਾਧਾਂ ਦੀਆਂ ਜਿਹੜੀਆਂ ਨੇ ਉਹ ਬਰਸੀਆਂ ਤੇ ਉਹਨਾਂ ਦੀਆਂ ਮੱਟੀਆਂ ਦੇ ਉੱਤੇ ਜਾ ਕੇ ਨੱਕ ਰਗੜਦਾ ਤੁਹਾਨੂੰ ਨਜ਼ਰ ਆ ਜਾਵੇਗਾ। ਇਹੋ ਜਿਹੇ ਬੜੇ ਬੇਅੰਤ ਕਰਮ ਕਾਂਡ ਜਿਹੜੇ ਸਨ ਉਹ ਅੱਜ ਸਿੱਖ ਕਰ ਰਹੇ। ਆਪਾਂ ਕੱਲ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀ ਵੀ ਸੁਚਮਤਾ ਵਾਲਾ ਕਰਮ ਕਾਂਡ ਜਿਹੜਾ ਉਹ ਕਿਵੇਂ ਅੱਜ ਸਾਡੇ ਵਿੱਚ ਪ੍ਰਭਾਵ ਪਾ ਚੁੱਕਾ ਹੈ, ਕਿਵੇਂ ਅੱਜ ਧੜਾ ਧੜ ਅਸੀਂ ਕਰ ਰਹੇ ਹਾਂ। ਸੋ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ, ਕਰਮੀ ਸਹਿਜ ਨਾ ਉਪਜੈ। ਮਹਜ਼ ਕਰਮ ਕਾਂਡ ਕਰਨ ਦੇ ਨਾਲ ਜ਼ਿੰਦਗੀ ਦੇ ਵਿੱਚ ਸਹਿਜ ਪੈਦਾ ਨਹੀਂ ਹੋ ਸਕਦਾ, ਅਡੋਲਤਾ ਨਹੀਂ ਆ ਸਕਦੀ, ਦ੍ਰਿੜਤਾ ਨਹੀਂ ਆ ਸਕਦੀ। ਵਿਣ ਸਹਿਜੈ ਸਹਿਸਾ ਨਾ ਜਾਏ। ਤੇ ਜਿੰਨਾ ਚਿਰ ਆਤਮਿਕ ਅਡੋਲਤਾ ਨਹੀਂ ਹੁੰਦੀ, ਸਤਿਗੁਰੂ ਜੀ ਕਹਿ ਲਗੇ, ਉਹਨਾਂ ਚਿਰ ਤੇਰੇ ਅੰਦਰਲਾ ਇਹ ਤੋਖਲਾ ਜਿਹੜਾ ਹੈ ਨਾ, ਇਹ ਡਰ ਜਿਹੜਾ, ਇਹ ਸਹਿਮ ਜਿਹੜਾ ਹੈ, ਇਹ ਸਹਿਮ ਨਹੀਂ ਜਾ ਸਕਦਾ। ਉਹਨਾਂ ਚਿਰ ਇਹ ਸਹਿਮ ਨਹੀਂ ਜਾ ਸਕਦਾ। ਤੇ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਨਾ ਜਾਏ ਸਹਿਸਾ ਕਿਤੈ ਸੰਜਮ। ਸੰਜਮ ਦੇ ਅਰਥ ਨੇ ਢੰਗ, ਤਰੀਕਾ। ਕਿਸੇ ਵੀ ਤਰੀਕੇ ਦੇ ਨਾਲ ਇਹ ਸਹਿਸਾ ਜਿਹੜਾ ਹੈ ਨਾ, ਅੰਦਰਲਾ ਤੋਖਲਾ ਜਿਹੜਾ ਮਨ ਦਾ ਡਰ ਹੈ, ਸਤਿਗੁਰੂ ਜੀ ਕਹਿਣ ਲੱਗੇ ਇਹ ਕਿਸੇ ਵੀ ਤਰੀਕੇ ਦੇ ਨਾਲ ਨਹੀਂ ਜਾ ਸਕਦਾ। ਤੂੰ ਬੜੇ ਜਿੰਨੇ ਮਰਜ਼ੀ ਤਰੀਕੇ ਕਰਕੇ ਵੇਖ। ਜੋਗੀ ਜਿਹੜੇ ਸਨ ਉਹ ਕਿੰਨੇ ਕਿੰਨੇ ਆਸਨ ਕਰ ਰਹੇ ਸਨ, ਕੇਵਲ ਕਾਹਦੇ ਲਈ? ਵੀ ਸਾਡੇ ਅੰਦਰ ਦਾ ਤੋਖਲਾ ਜਿਹੜਾ ਹੈ ਉਹ ਭਟਕਣਾ ਜਿਹੜੀ ਹੈ ਉਹ ਖਤਮ ਹੋ ਜਾਵੇ। ਧਰਮ ਦੇ ਨਾਂ ਉੱਤੇ ਬੜੇ ਇਹੋ ਜਿਹੇ ਕਰਮ ਜਿਹੜੇ ਸਨ ਉਹ ਕੀਤੇ ਗਏ, ਪਰ ਸਤਿਗੁਰੂ ਜੀ ਕਹਿ ਲਗੇ ਰਹੇ ਕਰਮ ਕਮਾਏ। ਉਹ ਸਾਰੇ ਕਰਮ ਕਾਂਡ ਕਰ ਕਰਕੇ ਥੱਕ ਗਏ, ਰਹਿ ਗਏ, ਹਾਰ ਗਏ, ਪਰ ਇਹਨਾਂ ਕਰਮ ਕਾਂਡਾਂ ਦੇ ਵਿੱਚੋਂ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਸਹਿਜ ਜਿਹੜਾ ਹੈ ਉਹ ਪ੍ਰਾਪਤ ਨਹੀਂ ਹੋਇਆ। ਉਹਨਾਂ ਦਾ ਤੋਖਲਾ ਜਿਹੜਾ ਸੀ ਉਹ ਇਹਨਾਂ ਕਰਮ ਕਾਂਡਾਂ ਦੇ ਵਿੱਚੋਂ ਖਤਮ ਨਹੀਂ ਹੋਇਆ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ, ਸਹਿ ਸਹਿ ਜੀਉ ਮਲੀਨ ਹੈ।
जिन्ना चिर तेरे जीवन के अंदर तोखला है उन्ना चिर ये जिंद जिहड़ी है, ये मन जिहड़ा है ये मैला है। जिन्ना चिर डर है ना, जिन्ना चिर सहम है तेरे जीवन के अंदर भटकना है, उन्ना चिर ये मन मैला है। कित संयम धोता जाए। तो सतगुरु जी एक सवालिया चिन्ह साडे सामने खड़ा करते हैं। वो कह लगे इस मैले मन नूं किवें धोता जा सकता है। कर्म कांडां दे नाल जे इस मलीनता नूं नहीं खत्म किया जा सकता। हुण आपां इतिहास दे पन्नियां दे विचों साध संगत जी इस गल नूं समझण दा यतन करिए। वेखो सज्जण भाई सज्जण जिहड़ा है, जदों पहला जीवन आपां भाई सज्जण दा पढ़दे हां, हुण भाई सज्जण धर्म का पहरावा पा के बैठा है, धार्मिक पहरावा, तो सुभाविक गल है भी वो धर्म के नाम के उत्ते कर्म भी करता ही होगा। तो जिहड़ी उन्हें सरां बनाई है ना, जिहड़ी उन्हें सरां बनाई है वो धर्म की आड़ दे विच बनाई है। तो उस सरां दे विच ਜਿਹੜਾ ਉਹ ਪ੍ਰਭਾਵ ਦੇਣਾ ਚਾਹ ਰਿਹਾ ਲੋਕਾਂ ਨੂੰ, ਉਹ ਇਹ ਪ੍ਰਭਾਵ ਦੇ ਰਿਹਾ ਵੀ ਮੈਂ ਧਰਮ ਦਾ ਕਰਮ ਕਰ ਰਿਹਾ, ਪਰ ਇਹ ਕੰਮ ਵੀ ਉਹ ਕਰ ਰਿਹਾ ਪਰ ਉਹਦੇ ਅੰਦਰ ਦੀ ਉਹ ਮੈਲ ਜਿਹੜੀ ਹੈ ਉਹ ਨਹੀਂ ਗਈ। ਇਹੋ ਜਿਹੀਆਂ ਬੇਅੰਤ ਘਟਨਾਵਾਂ, ਬੇਅੰਤ ਸਾਖੀਆਂ ਜਿਹੜੀਆਂ ਨੇ ਇਤਿਹਾਸ ਦੀਆਂ ਪੰਨਿਆਂ ਦੇ ਵਿੱਚੋਂ ਸਾਨੂੰ ਮਿਲ ਜਾਣਗੀਆਂ। ਤੇ ਅੱਜ ਵੀ ਆਪਾਂ ਬੰਦੇ ਨੂੰ ਅੱਜ ਭਾਈ ਸੱਜਣ ਤਾਂ ਮੈਂ ਕਹਿੰਦਾ ਵੀ ਉਹਦੇ ਅੱਗੇ सिर झुकता है, सिजदा है भाई सज्जन जी दे अगे। मैं उन्होंने सज्जन ठग नहीं कहांगा, मैं भाई सज्जन जी कहांगा, क्योंकि उन्हें इक्को वारी गुरु नानक साहब की संगत की है तो वो अपने उस कर्म नूं छड्ड के मन की मैल नूं अपने जीवन दे विचों ला के वो प्योर जीवन वाला बन जाता है। तो असी पता नहीं किन्ने को अज सज्जन तुरे फिरदे हां। अज दे सज्जणा की कोई गिनती नहीं। तो खिमा करना, अज का सज्जन जिहड़ा है वो रोज़ गुरु नानक साहब की संगत करता है, रोज़ गुरु नानक साहब जी के कोल आके बैठता है, पर अज का सज्जन जिहड़ा है वो भाई सज्जन नहीं बन सकिया। वो अखवाउंदा भाई है पर असल दे विच वो ठग सज्जन है। अज दे सज्जन की एक खासियत है कि भी वो अखवा भाई रहा है पर है वो ठग। तुसीं वेखो हेठले पद्धर तो लैके किवें साडे उच्चे उच्चे अहुदियां ते बैठे आगू जिहड़े ने वो अज सज्जन ठग वाला रोल अदा कर रहे हैं, भाई सज्जन वाला रोल नहीं अदा कर रहे। अखवा भाई रहे ने पर रोल जिहड़ा है वो ठग सज्जन वाला अदा कर रहे हैं, अदा किरदार वो निभा रहे हैं। सो सतगुरु जी कहते हैं सहसा जीव मलीन है, कित संयम धोता जाए। सहम दे विच तोखले दे विच ये मन जिहड़ा है ये मैला है। तो सतगुरु जी कह लगे जे कर्म कांडां नूं करन दे नाल ये मन जिहड़ा है ये मैल नहीं धोती जा सकती, तो फिर किवें धोती जा सकती है। तो मेरे मालक ने बख्शिश करदिआं वो उपाय सानूं दिता है। आओ आपां भी इस उपाय नूं अपने जीवन दे विच अपनाउण दा यतन करिए। आपां भी कर्म कांड ਜਿਹੜੇ ਅਸੀਂ सिक्खी ਦੇ ਵਿਹੜੇ ਦੇ ਵਿੱਚ ਬਾਹਰੋਂ ਚੁੱਕ ਕੇ ਲਿਆ ਕੇ ਅਸੀਂ सिक्खी ਦੇ ਵਿਹੜੇ ਦੇ ਵਿੱਚ ਭਰ ਦਿੱਤੇ ਨਾ, ਉਹਨਾਂ ਕਰਮ ਕਾਂਡਾਂ ਨੂੰ ਛੱਡ ਕੇ ਅਸੀਂ ਗੁਰੂ ਦੇ ਦੱਸੇ ਮੁਤਾਬਕ ਆਪਣੇ ਅੰਦਰ ਦੀ ਮੈਲ ਨੂੰ ਧੋਣ ਦਾ ਯਤਨ ਕਰੀਏ। ਉਹ ਉਪਾਅ ਕਿਹੜਾ ਹੈ ਜਿਹੜਾ ਗੁਰੂ ਦੱਸਦਾ ਹੈ। ਤੇ ਸਤਿਗੁਰੂ ਜੀ ਕਹਿਣ ਲੱਗੇ ਮਨ ਧੋਵੋ, इस मन नूं धोवो। किवें धोईए सतगुरु? बाहरों किसी पानी दे नाल। साडे सिख भी तुरे फिरदे ने, कोई मस्या नहा रहा, कोई पुन्निया नहा रहा, कोई संगरांदा नहा रहा, तो कोई किसी थां ते जाके नहा रहा। मैं तो ऐसे सिख भी वेखे ने, वो गुरु अस्थानां दे उत्ते जाके तो चलो मन लवो भी वो ਜਿਹੜੇ ਸਰੋਵਰ ਬਣੇ ਨੇ ਉਹਨਾਂ ਦੇ ਵਿੱਚ ਤਾਂ ਜਾ ਕੇ ਇਸ਼ਨਾਨ ਕਰਨਾ ਹੀ ਹੈ। ਹਾਲਾਂਕਿ ਉਹ ਸਰੋਵਰ ਵੀ ਜਿਹੜੇ ਨੇ ਉਹ ਇਸ ਮਕਸਦ ਦੇ ਲਈ ਨਹੀਂ ਸੀ ਸਤਿਗੁਰਾਂ ਨੇ ਬਣਾਏ। ਚਲੋ ਮੰਨ ਲੈਂਦੇ ਆ ਵੀ ਜੇ ਉਹਦੇ ਵਿੱਚ ਜਾ ਕੇ ਇਸ਼ਨਾਨ ਕਰ ਵੀ ਰਹੇ ਨੇ, ਮੈਂ ਤਾਂ ਐਸੇ ਸਿੱਖ ਵੀ ਵੇਖੇ ਨੇ ਉਹ ਤਾਂ ਬਕਾਇਦਾ ਹਰਿਦੁਆਰ ਜਾ ਕੇ ਗੰਗਾ ਵੀ ਨਹਾਉਂਦੇ ਨੇ।
ਅਖਵਾ ਸਿੱਖ ਰਹੇ ਨੇ। ਹੁਣ ਸਤਿਗੁਰੂ ਜੀ ਕਹਿੰਦੇ ਨੇ ਮਨ ਧੋਵੋ, ਇਸ ਮਨ ਨੂੰ ਧੋਣਾ ਹੈ। ਪਹਿਲੀ ਗੱਲ ਤੇ ਇਹ ਗੁਰੂ ਸਾਹਿਬ ਨੇ ਗੱਲ ਕਲੀਅਰ ਕਰ ਦਿੱਤੀ। ਕੱਲ ਵੀ ਆਪਾਂ ਇਹ ਵਿਚਾਰ ਸਾਂਝੀ ਕੀਤੀ ਸੀ, ਸਤਿਗੁਰੂ ਜੀ ਨੇ ਤਨ ਨੂੰ ਧੋਣ ਦੀ ਕਿਤੇ ਵੀ ਗੱਲ ਨਹੀਂ ਕਹੀ। ਸਤਿਗੁਰੂ ਜੀ ਕਹਿਣ ਲੱਗੇ ਮਨ ਧੋਣਾ ਹੈ। ਤੇ ਮਨ ਕਿਵੇਂ ਧੋਤਾ ਜਾ ਸਕਦਾ? ਆਪਾਂ ਰੋਜ਼ ਪੜ੍ਹਦੇ ਹਾਂ, ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੇਂ ਕੈ ਰੰਗ। ਹੁਣ ਸਤਿਗੁਰੂ ਜੀ ਉਪਾਅ ਦੱਸ ਰਹੇ ਨੇ, ਕਹਿ ਲੱਗੇ ਵੀ ਕਰਮ ਕਾਂਡ ਕੀਤਿਆਂ ਜੇ ਇਸ ਮਨ ਦੀ ਮੈਲ ਨਹੀਂ ਨਾ ਲੱਥੀ, ਜੇ ਤੋਖਲਾ ਨਹੀਂ ਗਿਆ ਜੀਵਨ ਦੇ ਵਿੱਚੋਂ, ਤੇ ਫਿਰ ਆਹ ਉਪਾਅ ਹੈ, ਆਹ ਕੰਮ ਕਰ। ਕਿਹੜਾ ਕੰਮ ਕਰਨਾ ਹੈ? ਮਨ ਧੋਵੋ, ਸ਼ਬਦ ਲਾਗੋ, ਸ਼ਬਦ ਦੇ ਵਿੱਚ ਜੁੜ ਕੇ ਇਸ ਮਨ ਨੂੰ ਧੋਵੋ। ਭਾਵ ਸ਼ਬਦ ਦੀ ਵਿਚਾਰਧਾਰਾ ਜਿਹੜੀ ਹੈ ਉਹ ਮਨ ਦੇ ਵਿੱਚ ਆ ਜਾਵੇ। ਤੇ ਜਿੱਦਣ ਸਾਧ ਸੰਗਤ ਦੀ ਸ਼ਬਦ ਦੀ ਵਿਚਾਰਧਾਰਾ ਮਨ ਦੇ ਵਿੱਚ ਆ ਗਈ, ਉਦਣ ਇਸ ਮਨ ਦੇ ਵਿੱਚ ਮੈਲ ਨਹੀਂ ਰਹੇਗੀ, ਉਦਣ ਮਲੀਨਤਾ ਨਹੀਂ ਰਹੇਗੀ। ਉਦਣ ਇਹ ਮਨ ਜਿਹੜਾ ਹੈ, ਆਪਾਂ ਪੜ੍ਹਦੇ ਹਾਂ ਨਾ, ਜੀਓ ਨਿਰਮਲ ਬਾਹਰੋਂ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ। ਅੱਗੇ ਚੱਲ ਕੇ ਇਸ ਪੌੜੀ ਦੀ ਆਪਾਂ ਵਿਚਾਰ ਕਰਨੀ ਹੈ। ਹੁਣ ਸਤਿਗੁਰੂ ਜੀ ਕਹਿੰਦੇ ਨੇ ਮਨ ਧੋਵੋ, ਸ਼ਬਦ ਲਾਗੋ, ਸ਼ਬਦ ਦੇ ਵਿੱਚ ਜੁੜੋ, ਗੁਰੂ ਦੇ ਸ਼ਬਦ ਨੂੰ ਆਪਣੇ ਜੀਵਨ ਦਾ ਆਧਾਰ ਬਣਾਵੋ। ਇਸ ਢੰਗ ਦੇ ਨਾਲ ਮਨ ਨੂੰ ਧੋਵੋ, ਹਾਸਿਓ ਰਹੋ ਚਿਤ ਲਾਏ, ਤੇ ਆਪਣਾ ਚਿੱਤ ਜਿਹੜਾ ਹੈ ਉਹ ਪਰਮਾਤਮਾ ਦੇ ਨਾਲ ਜੋੜੋ। ਇਹ ਮਨ ਜਿਹੜਾ ਹੈ, ਚਿੱਤ ਦੇ ਅਰਥ ਨੇ ਵਿਚਾਰ, ਸੁਰਤ, ਮਨ। ਇਹ ਮਨ ਪਰਮਾਤਮਾ ਦੇ ਨਾਲ ਜੁੜ ਜਾਵੇ, ਵਿਚਾਰ ਰੱਬੀ ਗੁਣਾਂ ਵਾਲੇ ਬਣ ਜਾਣ, ਚੰਗੇ ਬਣ ਜਾਣ। ਤੇ ਸਤਿਗੁਰੂ ਜੀ ਕਹਿਣਗੇ ਕਹੇ ਨਾਨਕ, ਨਾਨਕ ਇਹ ਗੱਲ ਆਖਦਾ ਹੈ, ਗੁਰ ਪ੍ਰਸਾਦੀ ਸਹਿਜ ਉਪਜੈ। ਗੁਰੂ ਦੀ ਕਿਰਪਾ ਦੇ ਨਾਲ ਜ਼ਿੰਦਗੀ ਦੇ ਵਿੱਚ ਸਹਿਜ ਪੈਦਾ ਹੋ ਸਕਦਾ ਹੈ। ਇਹ ਸਹਿਸਾ ਇਵ ਜਾਏ। ਸਤਿਗੁਰੂ ਜੀ ਕਹਿਣ ਲੱਗੇ ਐਵੇਂ ਇਹ ਜਿਹੜਾ ਅੰਦਰਲਾ ਤੋਖਲਾ ਹੈ ਨਾ, ਇਹ ਮੈਲ ਜਿਹੜੀ ਹੈ ਅੰਦਰਲੀ, ਇਹ ਇਸ ਢੰਗ ਦੇ ਨਾਲ ਜਾ ਸਕਦੀ ਹੈ। ਕਿਸ ਢੰਗ ਦੇ ਨਾਲ? ਜੇ ਗੁਰੂ ਦੇ ਸ਼ਬਦ ਦੇ ਵਿੱਚ ਆਪਣੇ ਆਪ ਨੂੰ ਜੋੜੋਗੇ ਤੇ ਪਰਮਾਤਮਾ ਦੇ ਗੁਣਾਂ ਨੂੰ ਆਪਣੇ ਚਿੱਤ ਦੇ ਵਿੱਚ ਵਸਾਓਗੇ, ਗੁਰੂ ਕਿਰਪਾ ਕਰੇਗਾ, ਗੁਰੂ ਬਖਸ਼ਿਸ਼ ਕਰੇਗਾ। ਸਤਿਗੁਰੂ ਜੀ ਕਹਿਣ ਲੱਗੇ ਇੱਕ ਦਿਨ ਗੁਰੂ ਨੇ ਅੰਦਰਲੀ ਸਾਰੀ ਮੈਲ ਜਿਹੜੀ ਹੈ ਉਹ ਧੋ ਕੇ ਬਾਹਰ ਕੱਢ ਦੇਣੀ ਹੈ। ਗੁਰੂ ਨੇ ਇਸ ਮਨ ਨੂੰ ਪਵਿੱਤਰ ਕਰ ਦੇਣਾ, ਜਿਵੇਂ ਭਾਈ ਸੱਜਣ ਜੀ ਦਾ ਕੀਤਾ ਹੈ। ਗੁਰੂ ਨੇ ਮਨ ਜਿਹੜਾ ਹੈ ਉਹ ਪਵਿੱਤਰ ਕਰ ਦੇਣਾ ਹੈ ਭਾਈ ਸੱਜਣ ਦੇ ਮਨ ਦੇ ਵਾਂਗ। ਤੇ ਸਤਿਗੁਰੂ ਜੀ ਇਸ ਸ਼ਬਦ ਦੇ ਅੰਦਰ, ਇਸ ਪੌੜੀ ਦੇ ਅੰਦਰ ਸਾਨੂੰ ਸਾਧ ਸੰਗਤ ਜੀ ਇਹੀ ਗੱਲ ਸਮਝਾਉਣ ਦਾ ਯਤਨ ਕਰ ਰਹੇ ਨੇ ਕਿ ਕਰਮ ਕਾਂਡਾਂ ਦੇ ਨਾਲ ਇਹ ਮਨ ਦੇ ਭੈੜੇ ਖਿਆਲਾਤ ਜਿਹੜੇ ਨੇ ਇਹ ਜ਼ਿੰਦਗੀ ਦੇ ਵਿੱਚੋਂ ਨਹੀਂ ਜਾ ਸਕਦੇ। ਇਹ ਮਨ ਅਪਵਿੱਤਰਤਾ ਜਿਹੜੀ ਹੈ ਮਨ ਦੀ, ਇਹ ਮਹਜ਼ ਕਰਮ ਕਾਂਡ ਕੀਤਿਆਂ ਜ਼ਿੰਦਗੀ ਦੇ ਵਿੱਚੋਂ ਖਤਮ ਨਹੀਂ ਹੋ ਸਕਦੀ। ਸਦੀਆਂ ਤੋਂ ਇਨਸਾਨ ਕਰਮ ਕਾਂਡ ਕਰਦਾ ਆ ਰਿਹਾ ਸੀ ਧਰਮ ਦੇ ਨਾਂ ਦੇ ਉੱਤੇ। ਅੱਜ ਵੀ ਤੁਸੀਂ ਵੇਖੋ ਵੀ ਧਰਮ ਦੇ ਨਾਂ ਦੇ ਉੱਤੇ ਕਰਮ ਕਿੰਨੇ ਹੋ ਰਹੇ ਨੇ, ਤੇ ਦੂਸਰੇ ਪਾਸੇ ਸਮਾਜ ਦੇ ਵਿੱਚ ਚੋਰੀਆਂ ਵੀ ਉਨੀਆਂ ਹੀ ਹੋ ਰਹੀਆਂ ਨੇ, ਬਲਾਤਕਾਰ ਵੀ ਉਨੇ ਹੋ ਰਹੇ ਨੇ, ਠੱਗੀਆਂ ਵੀ ਉਨੀਆਂ ਹੋ ਰਹੀਆਂ, ਰਿਸ਼ਵਤਾਂ ਵੀ ਉਵੇਂ ਲਈ ਜਾ ਰਹੀਆਂ। ਤੇ ਹਰ ਇਨਸਾਨ ਜਿਹੜਾ ਉਹ ਆਪਣੇ ਆਪ ਨੂੰ ਧਰਮੀ ਕਹਿ ਰਿਹਾ। ਜੇ ਸਾਰੇ ਧਰਮੀ ਨੇ ਤੇ ਫਿਰ ਇਹ ਚੋਰੀਆਂ ਕੌਣ ਕਰ ਰਿਹਾ? ਇਹ ਧੋਖੇ ਕੌਣ ਕਰ ਰਿਹਾ? ਇਹ ਠੱਗੀਆਂ ਕੌਣ ਕਰ ਰਿਹਾ? ਛੋਟੀਆਂ ਛੋਟੀਆਂ ਬੱਚੀਆਂ ਦੇ ਨਾਲ ਬਲਾਤਕਾਰ ਕੌਣ ਕਰ ਰਿਹਾ? ਕੌਣ ਜਿਹੜਾ ਦਾਜ ਦੇ ਲਾਲਚ ਦੇ ਵਿੱਚ ਆ ਕੇ ਆਪਣੇ ਹੱਥਾਂ ਦੇ ਨਾਲ ਵਿਆਹੀ ਉਸ ਧੀ ਨੂੰ ਅੱਗ ਲਾ ਕੇ ਸਾੜ ਦਿੰਦਾ? ਇਹ ਕੌਣ ਨੇ? ਧਰਮੀ ਤਾਂ ਆਪਣੇ ਆਪ ਨੂੰ ਸਾਰੇ ਕਹਿ ਰਹੇ ਨੇ। ਇਹਦਾ ਕਾਰਨ ਇਹ ਹੈ ਵੀ ਅਸੀਂ ਕੇਵਲ ਤਾਂ ਕੇਵਲ ਕਰਮ ਕਾਂਡਾਂ ਦੇ ਰਾਹੀਂ ਧਰਮੀ ਬਣੇ ਆ। ਕਰਮ ਸਾਡੇ ਜਿਹੜੇ ਨੇ ਉਹ ਕਰਮ ਕਾਂਡ ਅਸੀਂ ਧਰਮੀਆਂ ਵਾਲੇ ਜਿਹੜੇ ਨੇ ਉਹ ਕਰ ਰਹੇ ਆ। ਜਿਹੜੇ ਧਰਮ ਦੇ ਨਾਂ ਦੇ ਉੱਤੇ ਕਰਮ ਕਾਂਡ ਮਿੱਥੇ ਗਏ ਨੇ ਉਹ ਕਰਮ ਅਸੀਂ ਨਿਭਾ ਰਹੇ ਆ। ਅੰਦਰੋਂ ਅਸੀਂ ਧਰਮੀ ਨਹੀਂ ਬਣੇ। ਸਾਡਾ ਮਨ ਅਜੇ ਧਰਮੀ ਨਹੀਂ ਬਣਿਆ। ਸਾਡੇ ਅੰਦਰ ਦੀ ਮਲੀਨਤਾ ਜਿਹੜੀ ਉਹ ਅਜੇ ਨਹੀਂ ਗਈ। ਗੁਰੂ ਕਿਰਪਾ ਕਰੇ ਅਸੀਂ ਇਹਨਾਂ ਕਰਮ ਕਾਂਡਾਂ ਨੂੰ ਛੱਡ ਕੇ ਸੱਚ ਨੂੰ ਸਮਝਣ ਦਾ ਯਤਨ ਕਰੀਏ, ਗੁਰੂ ਦੇ ਸ਼ਬਦ ਦੇ ਨਾਲ ਜੁੜੀਏ, ਤਾਂ ਕਿ ਅਸੀਂ ਵਾਕਿਆ ਹੀ ਆਪਣੇ ਜੀਵਨ ਦੇ ਵਿੱਚੋਂ ਇਸ ਸਹਿਮ ਨੂੰ, ਇਸ ਤੋਖਲੇ ਨੂੰ, ਇਸ ਡਰ ਨੂੰ ਖਤਮ ਕਰਕੇ ਅਸੀਂ ਸਹਿਜ ਨੂੰ ਆਪਣੇ ਜੀਵਨ ਦੇ ਵਿੱਚ ਅਪਣਾ ਸਕੀਏ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।